ਸਰ ਸਾਹਿਬ ਮੇਨ ਤੁਹਾਡੇ ਮਸਲੇ ਕੀ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਅੱਜ ਦੀ ਤਰੀਕ ਦੇ ਵਿੱਚ? ਆਮ ਇਲੈਕਸ਼ਨ ਸੀਗੀਆਂ 2017 ਦੀਆਂ ਤੇ ਮੈਨੀਫੈਸਟੋ ਦੇ ਵਿੱਚ ਸਾਡੇ ਕੁਝ ਮੁੱਦੇ ਰੱਖੇ ਗਏ। ਸਰਕਾਰ ਨੇ ਕਾਂਗਰਸ ਨੇ ਉਸ ਦੇ ਆਧਾਰ ਤੇ ਸਾਡੀਆਂ ਵੋਟਾਂ ਲਈਆਂ, ਜਿਹਦੇ ਵਿੱਚ 6th ਪੇ ਕਮਿਸ਼ਨ, ਪੁਰਾਣੀ ਪੈਨਸ਼ਨ ਸਕੀਮ, ਨਵੇਂ ਸਾਥੀਆਂ ਨੂੰ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਡੀਏ ਦੀਆਂ ਕਿਸ਼ਤਾਂ, ਡੀਏ ਦੇ ਏਰੀਅਰ ਤੇ ਹੋਰ ਕਈ ਜਿਹੜੀਆਂ ਮੰਗਾਂ ਸੀਗੀਆਂ। ਤੁਸੀਂ ਖੋਹਣ ਦੀ ਗੱਲ ਕੀਤੀ ਹੈ, ਖੋਹਿਆ ਕੀ ਗਿਆ ਤੁਹਾਡੇ ਤੋਂ? ਕਿਉਂ ਤੁਸੀਂ ਲੁੱਟੇ ਮਹਿਸੂਸ ਕਰ ਰਹੇ ਹੋ? ਪੰਜਾਬ ਦਾ ਪੇ ਸਕੇਲ ਨਹੀਂ ਮਿਲੇਗਾ, ਔਰ ਪੇ ਸਕੇਲ ਮਿਲੇਗਾ ਕਿਹੜਾ? ਸੈਂਟਰ ਵਾਲਾ। ਜਦ ਕਿ ਜੋ ਸੈਂਟਰ ਦੇ ਪੇ ਸਕੇਲ ਦੇ ਵਿੱਚ ਜਾਂ ਕਹਿ ਲਓ ਵੀ ਪੁਰਾਣੀ ਪੈਨਸ਼ਨ ਸਕੀਮ, ਨਵੀਂ NPS ਸਾਥੀ ਵਾਲੀ ਜੋ ਉਹਨਾਂ ਨੇ ਸਕੀਮ ਲਾਂਚ ਕੀਤੀ ਆ, ਉਹਦੇ ਵਿੱਚ ਜੋ ਹਦਾਇਤਾਂ ਹੈਗੀਆਂ ਜਾਂ ਜੋ ਚੀਜ਼ਾਂ ਦੇਣੀਆਂ ਉਹ ਤੇ ਦੇ ਨਹੀਂ ਰਹੇ। ਕੀ ਪ੍ਰੋਗਰਾਮ ਤੁਹਾਡਾ ਪੜਾਅਵਾਰ ਤੁਸੀਂ ਕਾਫੀ ਪੰਜਾਬ ਲੈਵਲ ਤੇ ਲਿਖਿਆ, ਉਹ ਕੀ ਪ੍ਰੋਗਰਾਮ ਨੇ? 6 ਤਰੀਕ ਤੋਂ ਲੈ ਕੇ 14 ਤਰੀਕ ਤੱਕ ਜਿਹੜੇ ਸਾਂਝੇ ਮੁਲਾਜ਼ਮ ਮੰਚ ਦਾ ਤੇ ਫਰੰਟ ਦਾ ਇੱਕ ਪਾਰਟ ਆ PSM ਜੋ ਕਲੈਰੀਕਲ ਕਾਮੇ ਨੇ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ, ਉਹਨਾਂ ਵੱਲੋਂ 6 ਤੋਂ 14 ਤੱਕ ਪੈਨ ਡਾਊਨ ਹੜਤਾਲ ਕੀਤੀ ਗਈ ਆ। ਉਹਦਾ ਜਿਹੜੇ ਆ ਪੂਰੇ ਦੀ ਪੂਰੀ ਜਥੇਬੰਦੀਆਂ ਪੰਜਾਬ ਦੀਆਂ ਉਹਨੂੰ ਸਮਰਥਨ ਦੇ ਰਹੀਆਂ ਨੇ। 10 ਤਰੀਕ ਤੋਂ ਲੈ ਕੇ 14 ਤਰੀਕ ਤੱਕ ਕਾਲੇ ਚੋਲੇ ਪਾ ਕੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਕੀ ਕਿਹਾ ਹੈਗਾ? ਸਾਰੇ ਦਫ਼ਤਰ ਬੰਦ ਹੋਣਗੇ, ਇੱਕ ਕਦਮ ਛੋੜ ਹੜਤਾਲ ਹੋਏਗੀ, ਸਰਕਾਰੀ ਗੱਡੀਆਂ ਦਾ ਬਾਈਕਾਟ ਹੋਏਗਾ, ਦਰਜਾ 4 ਕਰਮਚਾਰੀ ਵੀ ਕੰਮ ਨਹੀਂ ਕਰਨ, ਕੀ ਹੋਏਗਾ? ਉਹਦੇ ਵਿੱਚ ਪੈਨ ਡਾਊਨ ਹੋਏਗਾ, ਟੂਲ ਡਾਊਨ ਹੋਏਗਾ, ਚੱਕਾ ਜਾਮ ਹੋਏਗਾ, ਕਲਾਸ 4 ਦੇ ਕਰਮਚਾਰੀ ਸਾਰੇ ਕੰਮ ਜਿਹੜੇ ਆ ਉਹ ਬੰਦ ਕਰਨਗੇ, ਸਫਾਈ ਕਰਮਚਾਰੀ ਆਪਣੀ ਸਫਾਈ ਬੰਦ ਕਰਨਗੇ, ਕਲਾਸ 4 ਦੇ ਪਾਣੀ ਪਿਆਣਾ ਜਾਂ ਟੇਬਲ ਕੁਰਸੀ ਸਾਫ਼ ਕਰਨਾ, ਸਭ ਕੰਮ ਟੋਟਲੀ ਹੀ ਬੰਦ ਹੋਏਗਾ 18 ਤਰੀਕ ਜੇ ਸਰਕਾਰ ਫਿਰ ਵੀ ਨਹੀਂ ਹਿੱਲਦੀ। ਪੰਜਾਬ ਦੀ ਆਰਥਿਕਤਾ ਦਾ ਬੇੜਾ ਗਰਕ ਹੋਇਆ, ਇਹ ਸਭ ਨੂੰ ਪਤਾ, ਹਰ ਪਾਸੇ ਚਰਚਾ ਹੁੰਦੀ ਰਹਿੰਦੀ ਹੈ। ਪਰ ਪੰਜਾਬ ਦਾ ਇੱਕ ਸਿਸਟਮ ਵੀ ਵਿਗੜਿਆ, ਕਿਉਂਕਿ ਨਾ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਮਿਲਦੀਆਂ ਨੇ, ਮੁਲਾਜ਼ਮਾਂ ਦਾ ਸ਼ੋਸ਼ਣ ਵੀ ਕੀਤਾ ਜਾਂਦਾ ਹੈ, ਔਰ ਮੁਲਾਜ਼ਮਾਂ ਦੇ ਭੱਤੇ ਔਰ ਮੁਲਾਜ਼ਮਾਂ ਦੀਆਂ ਨੌਕਰੀਆਂ ਵੀ ਖਾਧੀਆਂ ਜਾ ਰਹੀਆਂ ਨੇ। ਸਾਰੇ ਕਾਸੇ 'ਤੇ ਗੱਲ ਕਰਾਂਗੇ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਜੋ ਮੁਲਾਜ਼ਮ ਫਰੰਟ ਦੇ ਆਗੂ ਨੇ ਅਤੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਨੇ, ਪੰਜਾਬ ਦੇ ਮੁਲਾਜ਼ਮਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਰਕਾਰ ਖਿਲਾਫ ਨਿਰਣਾ ਕੀਤਾ ਕਿ ਇੱਕ ਮੂਵਮੈਂਟ ਚਲਾਉਣੀ ਹੈ। ਕੀ ਮੂਵਮੈਂਟ ਚਲਾਉਣਗੇ ਅਤੇ ਇਹਨਾਂ ਦੀਆਂ ਤਕਲੀਫਾਂ ਕੀ ਨੇ, ਸਾਰੀ ਗੱਲ ਕਰਾਂਗੇ ਸੁਖਚੈਨ ਸਿੰਘ ਖਹਿਰਾ ਨਾਲ। ਖਹਿਰਾ ਸਾਹਿਬ ਮੇਨ ਤੁਹਾਡੇ ਮਸਲੇ ਕੀ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਅੱਜ ਦੀ ਤਰੀਕ ਦੇ ਵਿੱਚ? ਦੇਖੋ ਮਸਲੇ ਤਾਂ ਉਹੀ ਹੈ ਜਿਹੜੇ ਅੱਜ ਤੋਂ 5-7 ਸਾਲ ਪਹਿਲੇ ਸੀਗੇ, ਜਦੋਂ ਆਮ ਇਲੈਕਸ਼ਨ ਸੀਗੀਆਂ 2017 ਦੀਆਂ ਤੇ ਮੈਨੀਫੈਸਟੋ ਦੇ ਵਿੱਚ ਸਾਡੇ ਕੁਝ ਮੁੱਦੇ ਰੱਖੇ ਗਏ। ਸਰਕਾਰ ਨੇ, ਕਾਂਗਰਸ ਨੇ ਉਸ ਦੇ ਆਧਾਰ ਤੇ ਸਾਡੀਆਂ ਵੋਟਾਂ ਲਈਆਂ, ਜਿਹਦੇ ਵਿੱਚ 6th ਪੇ ਕਮਿਸ਼ਨ, ਪੁਰਾਣੀ ਪੈਨਸ਼ਨ ਸਕੀਮ, ਨਵੇਂ ਸਾਥੀਆਂ ਨੂੰ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਡੀਏ ਦੀਆਂ ਕਿਸ਼ਤਾਂ, ਡੀਏ ਦੇ ਏਰੀਅਰ ਤੇ ਹੋਰ ਕਈ ਜਿਹੜੀਆਂ ਮੰਗਾਂ ਸੀਗੀਆਂ ਉਹ ਰੱਖੀਆਂ ਸੀਗੇ ਵੀ ਆਂਦੇ ਹੀ ਅਸੀਂ ਪਹਿਲੀ ਕੈਬਨਿਟ ਦੇ ਵਿੱਚ ਇਹ ਤੁਹਾਨੂੰ ਦੇ ਦਾਂਗੇ। ਪਰ 3.5 ਸਾਲ ਹੋਣ ਦੇ ਬਾਵਜੂਦ ਵੀ ਅਜੇ ਤਾਈਂ ਸਾਨੂੰ ਦੇਣਾ ਤੇ ਕੀ ਆ, ਸਰਕਾਰ ਨੇ ਖੋਹਣਾ ਸ਼ੁਰੂ ਕਰਤਾ ਸਾਡੇ ਕੋਲੋਂ। ਇਸ ਕਰਕੇ ਜਿਹੜੇ ਆ ਸਾਡੇ ਮੁਲਾਜ਼ਮਾਂ ਦੇ ਵਿੱਚ ਬਹੁਤ ਰੋਸ ਆ, ਜਿਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅੱਜ ਤੋਂ ਰੋਸ ਪ੍ਰਦਰਸ਼ਨ ਸ਼ੁਰੂ ਹੋ ਰਹੇ ਆ। ਤੁਸੀਂ ਖੋਹਣ ਦੀ ਗੱਲ ਕੀਤੀ ਹੈ, ਖੋਹਿਆ ਕੀ ਗਿਆ ਤੁਹਾਡੇ ਤੋਂ? ਕਿਉਂ ਤੁਸੀਂ ਲੁੱਟੇ ਮਹਿਸੂਸ ਕਰ ਰਹੇ ਹੋ? ਦੇਖੋ, ਸਭ ਤੋਂ ਪਹਿਲੇ ਨਵੀਂ ਭਰਤੀ ਦੇ ਉੱਤੇ ਇਹਨਾਂ ਨੇ ਇੱਕ ਗੱਲ ਕਹੀ ਕਿ ਉਹਨਾਂ ਨੂੰ ਪੁਰਾਣਾ ਪੰਜਾਬ ਦਾ ਪੇ ਸਕੇਲ ਨਹੀਂ ਮਿਲੇਗਾ, ਔਰ ਪੇ ਸਕੇਲ ਮਿਲੇਗਾ ਕਿਹੜਾ? ਸੈਂਟਰ ਵਾਲਾ। ਜਦ ਕਿ ਜੋ ਸੈਂਟਰ ਦੇ ਪੇ ਸਕੇਲ ਦੇ ਵਿੱਚ ਜਾਂ ਕਹਿ ਲਓ ਵੀ ਪੁਰਾਣੀ ਪੈਨਸ਼ਨ ਸਕੀਮ, ਨਵੀਂ NPS ਸਾਥੀ ਵਾਲੀ ਜੋ ਉਹਨਾਂ ਨੇ ਸਕੀਮ ਲਾਂਚ ਕੀਤੀ ਆ, ਉਹਦੇ ਵਿੱਚ ਜੋ ਹਦਾਇਤਾਂ ਹੈਗੀਆਂ ਜਾਂ ਜੋ ਚੀਜ਼ਾਂ ਦੇਣੀਆਂ ਉਹ ਤੇ ਦੇ ਨਹੀਂ ਰਹੇ। ਡਬਲ ਸਟੈਂਡਰਡ ਇਹ ਆ ਕਿ ਆਪ 7 ਜਿਹੜੀ ਆ ਪੈਨਸ਼ਨਾਂ ਲੈ ਰਹੇ ਨੇ ਤੇ ਸਾਡੇ ਵਾਰੀ ਜਦੋਂ ਆਂਦੀ ਨੇ ਸਾਥੀਆਂ ਨੂੰ ਨਵੀਂ ਵੀ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਨਹੀਂ ਦਿੰਦੇ। ਹੁਣ ਜਿਹੜਾ ਟੈਲੀਫੋਨ ਅਲਾਊਂਸ ਆ ਉਹ 50% ਘੱਟ ਕਰਤਾ, ਜਿਹੜਾ 300 ਸੀਗਾ ਉਹਨੂੰ ਜਿਹੜਾ 175 ਕਰਤਾ, 500 ਤੋਂ 250 ਕਰਤਾ, ਤੇ ਹੋਰ ਜਿਹੜੇ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਆਪਣੀਆਂ ਉਹ ਘਟਾਤੇ। ਸੋ ਤਨਖਾਹਾਂ ਕਦੀ 1 ਤਰੀਕ ਪਹਿਲੇ 31 ਤਰੀਕ ਨੂੰ ਮਿਲਦੀਆਂ ਸੀ, ਫਿਰ ਇਹ ਕਹਿੰਦੇ ਸਾਨੂੰ ਇੰਟਰਸਟ ਨਹੀਂ ਪੂਰਾ ਮਿਲਦਾ, 1 ਤਰੀਕ ਨੂੰ ਦੇਵਾਂਗੇ। ਅਸੀਂ ਮੰਨ ਲਿਆ ਵੀ 1 ਨੂੰ ਦੇ ਦਿਓ, ਸਾਨੂੰ 1 ਦਿਨ ਨਾਲ ਕੋਈ ਫਰਕ। ਹੁਣ 1 ਦੀ ਥਾਂ ਤੇ ਅੱਜ ਤੁਸੀਂ ਲਾ ਲਓ ਤਰੀਕ ਇੰਨੀ ਹੋ ਗਈ, ਅਜੇ ਤਾਈਂ ਤਨਖਾਹ ਦਾ ਕੋਈ ਪਤਾ ਸਤਾ ਹੀ ਨਹੀਂ ਹੈਗਾ।
ਸੋ ਹਰ ਥਾਂ ਤੇ ਸਾਡਾ ਜਿਹੜਾ ਹੈਗਾ ਉਹ ਅਪਮਾਨ ਕੀਤਾ ਜਾ ਰਿਹਾ, ਸਾਡਾ ਜਿਹੜਾ ਸ਼ੋਸ਼ਣ ਕੀਤਾ ਜਾ ਰਿਹਾ, ਜਿਹਦੇ ਲਈ ਅੱਜ ਅਸੀਂ ਜਿਹੜਾ ਪਹਿਲੇ ਦਿਨ ਜਿਹੜਾ ਆਗਾਜ਼ ਕੀਤਾ ਆਪਣੇ ਇਸ ਪ੍ਰੋਗਰਾਮ ਆਪਣੇ ਪ੍ਰੋਟੈਸਟਾਂ ਦਾ, ਉਹਦੇ ਵਿੱਚ ਅੱਜ ਅਰਥੀ ਫੂਕ ਮੁਜ਼ਾਹਰੇ ਪੂਰੇ ਪੰਜਾਬ ਦੇ ਵਿੱਚ ਕੀਤੇ ਗਏ ਨੇ, ਜ਼ਿਲ੍ਹਿਆਂ ਦੇ ਵਿੱਚ ਤੇ ਨਾਲ ਦੇ ਨਾਲ ਬਲਾਕ ਤੱਕ ਜਿਹੜੇ ਆ ਇਹ ਮੁਜ਼ਾਹਰੇ ਕੀਤੇ ਗਏ ਨੇ। ਹੋਰ ਅਗਲਾ ਕੀ ਪ੍ਰੋਗਰਾਮ ਤੁਹਾਡਾ? ਪੜਾਅਵਾਰ ਤੁਸੀਂ ਕਾਫੀ ਪੰਜਾਬ ਲੈਵਲ ਤੇ ਲਿਖਿਆ, ਉਹ ਕੀ ਪ੍ਰੋਗਰਾਮ ਨੇ? ਕੱਲ੍ਹ ਨੂੰ ਦਫ਼ਤਰਾਂ ਦੇ ਵਿੱਚ ਆਪਣੇ ਦਫ਼ਤਰਾਂ ਦੇ ਵਿੱਚ ਲੋਕਾਂ ਨੂੰ ਜਿਹੜੀ ਆ ਅਵੇਅਰ ਕੀਤਾ ਜਾਏਗਾ ਅਗਲੇ ਪ੍ਰੋਗਰਾਮਾਂ ਲਈ। 6 ਤਰੀਕ ਤੋਂ ਲੈ ਕੇ 14 ਤਰੀਕ ਤੱਕ ਜਿਹੜੇ ਸਾਂਝੇ ਮੁਲਾਜ਼ਮ ਮੰਚ ਦਾ ਤੇ ਫਰੰਟ ਦਾ ਇੱਕ ਪਾਰਟ ਆ PSM ਜੋ ਕਲੈਰੀਕਲ ਕਾਮੇ ਨੇ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ, ਉਹਨਾਂ ਵੱਲੋਂ 6 ਤੋਂ 14 ਤੱਕ ਪੈਨ ਡਾਊਨ ਹੜਤਾਲ ਕੀਤੀ ਗਈ ਆ। ਉਹਦਾ ਜਿਹੜੇ ਆ ਪੂਰੇ ਦੀ ਪੂਰੀ ਜਥੇਬੰਦੀ ਆ ਪੰਜਾਬ ਦੀਆਂ ਉਹਨੂੰ ਸਮਰਥਨ ਦੇ ਰਹੀਆਂ ਨੇ। 10 ਤਰੀਕ ਤੋਂ ਲੈ ਕੇ 14 ਤਰੀਕ ਤੱਕ ਕਾਲੇ ਚੋਲੇ ਪਾ ਕੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਤੇ ਉਹਨਾਂ ਨੂੰ ਜਿਹੜਾ ਬੇਸ਼ਰਮੀ ਦੀ ਹੱਦ ਜਿਹੜੀ ਟੱਪ ਗਿਆ ਉਹ ਉਹਨਾਂ ਨੂੰ ਯਾਦ ਕਰਾਈ ਜਾਏਗੀ। 15 ਤਰੀਕ ਨੂੰ ਕਾਲੀ ਆਜ਼ਾਦੀ ਤੇ 18 ਤਰੀਕ ਨੂੰ ਜਿਹੜੀ ਹੈਗੀ ਆ ਉਹ ਪੂਰਨ ਤੌਰ ਤੇ ਪੰਜਾਬ ਬੰਦ ਕੀਤਾ ਜਾਏਗਾ। ਬੰਦ ਦੇ ਵਿੱਚ ਕੀ ਆਏਗਾ? ਸਾਰੇ ਦਫ਼ਤਰ ਬੰਦ ਹੋਣਗੇ, ਕਲਮ ਛੋੜ ਹੜਤਾਲ ਹੋਏਗੀ, ਸਰਕਾਰੀ ਗੱਡੀਆਂ ਦਾ ਬਾਈਕਾਟ ਹੋਏਗਾ, ਦਰਜਾ 4 ਕਰਮਚਾਰੀ ਵੀ ਕੰਮ ਨਹੀਂ ਕਰਨ, ਕੀ ਹੋਏਗਾ? ਇਹਦੇ ਵਿੱਚ ਪੈਨ ਡਾਊਨ ਹੋਏਗਾ, ਟੂਲ ਡਾਊਨ ਹੋਏਗਾ, ਚੱਕਾ ਜਾਮ ਹੋਏਗਾ, ਕਲਾਸ 4 ਦੇ ਕਰਮਚਾਰੀ ਸਾਰੇ ਕੰਮ ਜਿਹੜੇ ਆ ਉਹ ਬੰਦ ਕਰਨਗੇ, ਸਫਾਈ ਕਰਮਚਾਰੀ ਆਪਣੀ ਸਫਾਈ ਬੰਦ ਕਰਨਗੇ, ਕਲਾਸ 4 ਦੇ ਪਾਣੀ ਪਿਆਣਾ ਜਾਂ ਟੇਬਲ ਕੁਰਸੀ ਸਾਫ਼ ਕਰਨਾ ਸਭ ਕੰਮ ਟੋਟਲੀ ਹੀ ਬੰਦ ਹੋਏਗਾ 18 ਤਰੀਕ ਨੂੰ। ਜੇ ਸਰਕਾਰ ਫਿਰ ਵੀ ਨਹੀਂ ਹਿੱਲਦੀ ਤਾਂ ਉਸ ਉਪਰੰਤ ਪੂਰਨ ਤੌਰ ਤੇ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਕੇ ਸਮਾਜ ਦੇ ਵਿੱਚ ਵਿਚਰਿਆ ਜਾਏਗਾ। ਉਹਨਾਂ ਨੂੰ ਦੱਸਿਆ ਜਾਏਗਾ ਕਿ ਇਹ ਲੜਾਈ ਸਿਰਫ ਮੁਲਾਜ਼ਮਾਂ ਦੀ ਨਹੀਂ, ਜਿਹੜੇ ਨਵੇਂ ਸਾਥੀ ਆਣਗੇ ਉਹਨਾਂ ਨੂੰ ਸੈਂਟਰ ਦਾ ਪੇ ਕਮਿਸ਼ਨ ਮਿਲੇਗਾ। ਕਹਿਣ ਤੋਂ ਮਤਲਬ ਸਾਡੇ ਤੋਂ ਘੱਟ ਤਨਖਾਹ ਮਿਲੇਗੀ। ਜਦੋਂ ਰੀਸਟਰਕਚਰਿੰਗ ਕਰਕੇ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ, ਇਹਦਾ ਮਤਲਬ ਤੁਹਾਡੇ ਬੱਚਿਆਂ ਲਈ ਰੁਜ਼ਗਾਰ ਖਤਮ ਹੋ ਰਿਹਾ। ਇਹ ਲੜਾਈ ਹੁਣ ਸਿਰਫ ਮੁਲਾਜ਼ਮ ਵਰਗ ਦੀ ਨਹੀਂ, ਇਹ ਸਮਾਜ ਦੀ ਲੜਾਈ ਹੋ ਗਈ ਆ। ਸੋ ਸਮਾਜ ਦੇ ਵਿੱਚ ਵੀ ਅਵੇਅਰਨੈਸ ਪੈਦਾ ਕਰਕੇ ਇਸ ਸਰਕਾਰ ਦੇ ਵਿਰੁੱਧ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਏਗਾ। ਖੈਰ ਸਾਹਿਬ, ਸਰਕਾਰ ਖਰਚੇ ਘਟਾਉਣ ਦੀ ਗੱਲ ਕਰਦੀ ਹੈ, ਦੂਜੇ ਪਾਸੇ ਜਿਹੜੇ ਮੰਤਰੀ ਨੇ ਉਹਨਾਂ ਨੂੰ 15-15 ਹਜ਼ਾਰ ਮੋਬਾਈਲ ਭੱਤਾ ਮਿਲਦਾ, ਫੋਨ ਦਾ ਭੱਤਾ ਮਿਲਦਾ, ਹੋਰ ਬਹੁਤ ਸਾਰੇ ਖਰਚੇ ਨੇ, ਉਹ ਆਪਣੇ ਤੇ ਵੀ ਲਾਗੂ ਕਰਦੇ ਆ ਉਹ ਖਰਚੇ ਘਟਾਉਣ ਦੀ ਗੱਲ, ਕਿ ਇਕੱਲਾ ਮੁਲਾਜ਼ਮਾਂ ਦੀ ਤਲਵਾਰ ਲਟਕਾਈ ਜਾਂਦੀ ਹੈ? ਦੇਖੋ, ਲੋਕਤੰਤਰ ਦੇ ਵਿੱਚ ਇੱਕ ਸੇਵਾ, ਪਰ ਇਹ ਲੋਕਤੰਤਰ ਦਾ ਘਾਣ ਇੰਨੇ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ। ਉਹ ਇਹ ਸੋਚਣ ਲੱਗ ਜਾਂਦੇ ਕਿ ਅਸੀਂ ਰਾਜੇ ਬਣ ਗਏ ਆ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ 5 ਸਾਲ ਲਈ ਆ। ਸੋ ਹੁਣ ਦੇਖੋ, ਜੇ ਤੁਹਾਨੂੰ ਟੈਲੀਫੋਨ ਬਿੱਲ 15,000 ਚਾਹੀਦਾ ਤੇ ਸਾਨੂੰ ਤੁਸੀਂ 300 ਰੁਪਇਆ ਮੋਬਾਈਲ ਭੱਤਾ ਵੀ ਕੱਟ ਰਹੇ। ਉਲਟਾ ਕਹਿੰਦੇ ਘਰੋਂ ਕੰਮ ਕਰੋ। ਘਰ ਕੰਮ ਕਰਨ ਲਈ ਸਾਨੂੰ ਜਿਹੜਾ ਹੈਗਾ ਬ੍ਰੌਡਬੈਂਡ ਲੈਣਾ ਪਊ। ਬ੍ਰੌਡਬੈਂਡ 1200-1300 ਤੋਂ ਘੱਟ ਨਹੀਂ, ਇਨਕਲੂਡਿੰਗ ਟੈਕਸ। ਤੇ ਕੀ ਕੀਤਾ ਜਾਵੇ? ਹੁਣ ਇਹਨਾਂ ਨੂੰ ਸਮਝ ਨਹੀਂ ਆਉਂਦੀ। 10 ਤਰ੍ਹਾਂ ਦੇ ਭੱਤੇ ਲੈਂਦੇ ਜਿਨ੍ਹਾਂ ਦਾ ਤੁਸੀਂ ਨਾਮ ਵੀ ਨਹੀਂ ਸੁਣਿਆ। ਇੱਕ ਇਹਨਾਂ ਨੂੰ ਮਿਲਦਾ ਸੈਕਟਰੀਏਟ ਭੱਤਾ। ਦੱਸੋ, ਇੱਕ MLA ਨੇ ਸੈਕਟਰੀਏਟ ਆ ਕੇ ਕੀ ਕਰਨਾ? ਸਗੋਂ ਫ੍ਰੀ ਦੀ ਚਾਹ ਪੀਣੀ ਆ ਤੇ ਆ ਕੇ ਸੈਕਟਰੀਏਟ ਭੱਤਾ ਲੈ ਜਾਣਾ। ਵਿਧਾਨ ਸਭਾ ਦਾ ਸੈਸ਼ਨ ਲੱਗਦਾ, ਉਹਨਾਂ ਨੂੰ ਉਸ ਦੌਰਾਨ ਉਹਨਾਂ ਨੂੰ ਇੱਕ ਅਲੱਗ ਭੱਤਾ ਦਿੱਤਾ ਜਾਂਦਾ। ਦੱਸਿਆ ਜਾਵੇ ਕਿ ਤੁਸੀਂ ਲੋਕਾਂ ਦੀ ਆਵਾਜ਼ ਉਠਾਉਣ ਲਈ ਵਿਧਾਨ ਸਭਾ 'ਚ ਜਾ ਰਹੇ ਹੋ ਕਿ ਉੱਥੇ ਲੇਬਰ ਕਰਨ ਜਾ ਰਹੇ ਹੋ? ਤੁਸੀਂ ਉੱਥੇ ਭੱਤਾ ਕਿਹੜੀ ਚੀਜ਼ ਦਾ ਲੈਂਦੇ ਹੋ? ਰੋਡ ਮਾਈਲੇਜ ਭੱਤਾ ਲੈਂਦੇ। ਫਿਰ ਜਿੰਨੇ ਵੀ ਇਹਨਾਂ ਦੇ ਭੱਤੇ ਔਰ ਇਨਕਮ ਆ ਉਹਦੇ ਉੱਤੇ ਇਨਕਮ ਟੈਕਸ ਸਰਕਾਰ ਦਿੰਦੀ ਹੈ। ਜਦੋਂ ਹਿੰਦੁਸਤਾਨ ਦੇ ਵਿੱਚ ਇਹ ਰੂਲ ਆ ਵੀ ਇਨਕਮ ਟੈਕਸ ਨਿੱਜੀ ਜਿਹੜੀ ਤੁਹਾਡੀ ਕਮਾਈ ਆ ਉਹਦੇ ਉੱਤੇ ਜਿਹੜੀ ਆ ਟੈਕਸ ਬੰਦਾ ਆਪਣੇ ਪਰਸਨਲੀ ਦੇਗਾ ਤੇ ਉਹ ਵੀ ਸਰਕਾਰ ਕੋਲ ਲੈਂਦੇ। ਸੋ ਕਹਿਣ ਤੋਂ ਮਤਲਬ ਇੰਨੀ ਦੋਗਲੀ ਨੀਤੀ ਦੇ ਤਹਿਤ ਇਹ ਕੰਮ ਕਰ ਰਹੇ, ਆਪਣੇ ਆਪ ਨੂੰ ਇਹ ਰਾਜੇ ਮਹਾਰਾਜੇ ਸਮਝਣ ਲੱਗ ਗਏ। ਸੋ ਇਹ ਲੜਾਈ ਇਸ ਚੀਜ਼ ਤੱਕ ਆ ਵੀ ਲੋਕਾਂ ਨੂੰ ਪਤਾ ਲੱਗੇ ਕਿ ਇਹਨਾਂ ਦੀ ਅਸਲੀ ਕੰਮ ਕੀ ਆ, ਉਹ ਸੇਵਾ। ਤੇ ਜੇ ਤੁਸੀਂ ਸੇਵਾ ਨਹੀਂ ਕਰਦੇ ਤੇ ਅਸੀਂ ਤੁਹਾਨੂੰ ਹਟਾਉਣਾ ਜਾਣਦੇ ਆ, ਇਹ ਅਹਿਸਾਸ ਕਰਾਇਆ ਜਾਏਗਾ ਇਹਨਾਂ ਨੂੰ। ਖੈਰ ਸਾਹਿਬ, ਅਕਸਰ ਸਰਕਾਰ ਕਹਿੰਦੀ ਹੈ ਕਿ ਖਜ਼ਾਨਾ ਖਾਲੀ ਹੈ, ਬੁਰਾ ਹਾਲ ਹੈ, ਜਿਹਦੇ ਕਾਰਨ ਤੁਹਾਡੇ ਫੋਨਾਂ ਦੇ ਜਿਹੜੇ ਮਿਲਦਾ ਸੀ ਬਿੱਲ ਉਹ 'ਤੇ ਕੱਟ ਲਾਤਾ। ਦੂਜੇ ਪਾਸੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਤੁਸੀਂ ਦੇਖਦੇ ਹੋ, ਕਿੰਨੀਆਂ ਮੌਤਾਂ ਹੋ ਗਈਆਂ, ਉਹਦੇ ਰਾਹੀਂ ਖਜ਼ਾਨਾ ਭਰਿਆ ਜਾ ਸਕਦਾ, ਕਈ ਹਜ਼ਾਰ ਕਰੋੜਾਂ ਦੀ ਇਨਕਮ ਹੋ ਸਕਦੀ ਸਰਕਾਰ ਜੇ ਮਾਫੀਆ 'ਤੇ ਕੰਟਰੋਲ ਕਰ ਲੇ। ਤੁਸੀਂ ਵੀ ਮਹਿਸੂਸ ਕਰਦੇ ਹੋਗੇ ਕਿ ਸਰਕਾਰ ਨੂੰ ਜੋ ਕਰਨਾ ਚਾਹੀਦਾ ਸੀ ਉਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਹਦੇ ਨਾਲ ਮਾਫੀਆ ਦਾ ਬੋਲਬਾਲਾ ਵੱਧ ਗਿਆ। ਇਹ ਕਿੱਦਾਂ ਕੰਟਰੋਲ ਹੋਏਗਾ? ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਸ਼ੁਰੂ ਕੀਤੀ ਹੋਈ ਹੈ ਪੰਜਾਬ ਸਰਕਾਰ ਨੇ, ਡੰਗ ਟਪਾਊ। ਡੰਗ ਟਪਾਊ ਕੀ ਵੀ ਇੱਕ ਦਫ਼ਤਰ ਦੇ ਵਿੱਚ ਚਲ ਜਾਓ, ਇੱਕ ਆਫੀਸਰ ਕੁਝ ਹੋਰ ਗੱਲ ਕਹਿੰਦਾ ਤੇ ਮੰਤਰੀ ਕੁਝ ਹੋਰ ਗੱਲ ਕਹਿੰਦਾ।
ਮੰਤਰੀ ਆਫੀਸਰ ਨੂੰ ਕੱਟਦਾ, ਆਫੀਸਰ ਮੰਤਰੀ ਨੂੰ ਕੱਟਦਾ। ਆਫੀਸਰ ਕਹਿੰਦਾ ਮੈਂ ਸੀਐਮ ਆ, ਉਹ ਕਹਿੰਦਾ ਮੈਂ ਮੰਤਰੀ ਆ। ਸੋ ਇਹਨਾਂ ਨੇ ਸਿਰਫ ਆਪਸ ਵਿੱਚ ਲੜਾ ਕੇ ਆਪਣਾ ਸਮਾਂ ਗੁਜ਼ਾਰ ਰਹੇ ਨੇ। ਕਿਤੇ ਵੀ ਰੈਵਨਿਊ ਜਮ੍ਹਾਂ ਨਹੀਂ ਕੀਤਾ ਗਿਆ। ਕਿ ਰੈਵਨਿਊ ਆ ਕੇ ਕਿਸੇ ਉੱਪਰ ਏਲੀਅਨ ਨੇ ਆ ਕੇ ਜਮ੍ਹਾਂ ਕਰਨਾ ਸੀ, ਜਾਂ ਕਿਤੇ ਆ ਕੇ ਕਿਸੇ ਆਪੋਜੀਸ਼ਨ ਨੇ ਜਮ੍ਹਾਂ ਕਰਨਾ ਸੀ? ਰੈਵਨਿਊ ਇਹਨਾਂ ਨੇ ਇਕੱਠਾ ਕਰਨਾ। ਉਹ ਰੈਵਨਿਊ ਦੇ ਢੰਗ ਤਰੀਕੇ ਹੁੰਦੇ, ਪਰ ਇਹਨਾਂ ਨੇ ਕੀਤਾ ਕਿ ਉਹ ਰੈਵਨਿਊ ਨੂੰ ਆਪਸ 'ਚ ਵੰਡ ਲਿਆ। ਰੇਤਾ ਯਾਰੀਆ ਪੁਗਾਲੀ ਵਾਲੀ, ਆਹ ਖੱਡ ਤੂੰ ਲੈ ਲਾ, ਆਹ ਖੱਡ ਮੈਂ ਲੈਣਾ, ਤੇ ਖਾਈ ਜਾਓ ਪੀ ਜਾਓ ਐਸ਼ ਕਰੋ, ਸਰਕਾਰ ਦੇ ਖਜ਼ਾਨੇ 'ਚ ਕੁਛ ਆਵੇ ਨਾ, ਨਿੱਜੀ ਪੌਕਟ। ਇਹੀ ਗੱਲ ਜਿਹੜੀ ਤੁਸੀਂ ਹੁਣ ਕੀਤੀ ਆ ਕਿ ਇੰਨੇ ਲੋਕ ਵਿਚਾਰੇ ਰੱਬ ਨੂੰ ਪਿਆਰੇ ਹੋ ਗਏ। ਕਿਉਂ ਹੋਏ? ਉਹਦਾ ਕਾਰਨ ਆ ਕਿ ਇਹਨਾਂ ਨੇ ਜਿਹੜਾ ਉਹ ਸਪਿਰਿਟ ਜਾਂ ਅਲਕੋਹਲ ਉਹ ਕਿੱਥੋਂ ਆਉਂਦੀ ਆ? ਉਹ ਕੋਈ ਘਰ ਤੇ ਬਣਦੀ ਨਹੀਂ, ਉਹ ਇੰਨਾ ਹੀ ਜਿਹੜੀ ਇਹ ਸ਼ਰਾਬ ਬਣਾਉਣ ਵਾਲੀ ਆ ਫੈਕਟਰੀ ਆ ਉੱਥੋਂ ਆਉਂਦੀ ਆ। ਉਹ ਕਿਵੇਂ ਸਪਲਾਈ ਹੁੰਦੀ ਦੋਨੋਂ? ਕਿਉਂਕਿ ਉਹਦਾ ਇੱਕ ਕੋਟਾ ਹੁੰਦਾ, ਉਹ ਕੋਟੇ ਤੋਂ ਵੱਧ ਕਿਵੇਂ ਨਿਕਲਦੀ ਹੈ? ਕਿਵੇਂ ਉਹ ਕਿ ਦੱਸਿਆ ਜਾ ਰਿਹਾ ਕਿ 10 ਲੀਟਰ ਪਾਣੀ ਦੇ ਵਿੱਚ 1 ਲੀਟਰ ਅਲਕੋਹਲ ਮਿਕਸ ਕੀਤੀ ਜਾਂਦੀ, ਉਹਦੇ ਵਿੱਚ ਜਿਹੜੇ ਆਪਾਂ ਡੰਗਰਾਂ ਨੂੰ ਟੀਕੇ ਲਾਉਂਦੇ ਉਹ ਮਿਕਸ ਕੀਤੇ ਜਾਂਦੇ ਆ, ਤੇ 10 ਤੋਂ 20 ਰੁਪਏ ਦਾ 25 ਰੁਪਏ ਦਾ ਪਾਊਚ ਜਿਹੜਾ ਆਮ ਪਬਲਿਕ ਨੂੰ ਜਿਹੜਾ ਦਿੱਤਾ ਜਾਂਦਾ, ਜਿਹੜੇ ਵਿਚਾਰੇ ਅਨਪੜ੍ਹ ਤਬਕਾ ਉਹਨੂੰ ਪੀ ਕੇ ਉਹ ਮਰ ਰਹੇ ਨੇ। ਸੋ ਜਿਹਨੂੰ 20 ਰੁਪਏ ਦਾ ਪਾਊਚ ਮਿਲ ਰਿਹਾ ਤੇ ਉਹ ਬੋਤਲ ਕਿਉਂ ਖਰੀਦੇਗਾ? ਇੱਕ ਤਾਂ ਰੈਵਨਿਊ ਖਤਮ ਹੋ ਗਿਆ, ਇੱਕ ਬੰਦੇ ਦੀ ਜਾਨ ਜਾ ਰਹੀ ਹੈ। ਕੀ ਸਰਕਾਰ ਦੇ ਅਧਿਕਾਰੀਆਂ ਨੂੰ ਜਾਂ ਸਰਕਾਰ ਦੇ ਮੰਤਰੀਆਂ ਨੂੰ ਜਾਂ ਐਮਐਲਏ ਨੂੰ ਪਤਾ ਨਹੀਂ ਵੀ ਉਹਨਾਂ ਦੇ ਹਲਕੇ 'ਚ ਗੋਰਖ ਧੰਦਾ ਹੋ ਰਿਹਾ? ਉਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ? ਉੱਥੇ ਯਾਰੀ ਪਗਾਈ ਜਾ ਰਹੀ। ਪਰ ਜਦੋਂ ਖਜ਼ਾਨਾ ਭਰਨ ਦੀ ਗੱਲ ਆਉਂਦੀ ਆ ਤਾਂ ਖਜ਼ਾਨਾ ਕਿਵੇਂ ਭਰਿਆ ਜਾਂਦਾ? ਸਾਡੇ ਵਿੱਚ ਕੱਟ ਲਾ ਕੇ, 200 ਰੁਪਏ ਜਜੀਆ ਟੈਕਸ ਲੈ ਕੇ। ਹੁਣ ਦੱਸੋ, ਇੱਕ ਛੋਟੀ ਛੋਟੀ ਤੁਸੀਂ ਚੀਜ਼ਾਂ ਲਈ ਤੇ ਕਹਿੰਦੇ ਆ ਵੀ ਉਹ ਭਰ ਲਈਏ, ਪਰ ਜਿੱਥੋਂ ਵੱਡੇ ਸਰੋਤ ਨੇ ਉਹ ਤੁਸੀਂ ਆਪ ਖਾਈ ਜਾ ਰਹੇ। ਸੋ ਇਹ ਸਿਸਟਮ ਦਾ ਬੁਰਾ ਹਾਲ ਕਰਤਾ ਸਰਕਾਰ ਨੇ, ਔਰ ਇਹ ਜਿਹੜਾ ਆਉਣ ਵਾਲਾ ਸਮਾਂ ਇਹਦੇ ਵਿੱਚ ਸਿਸਟਮ ਇਹ ਸੁਧਾਰ ਨਹੀਂ ਸਕਦੇ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਇਸ ਸਰਕਾਰ ਨੇ ਪੰਜਾਬ ਦੇ ਵਿੱਚੋਂ ਬਿਲਕੁਲ ਹੀ ਖਤਮ ਕਰ ਦੇਣਾ। ਕੀ ਲੱਗਦਾ ਫਿਰ ਕੀ ਹੋਣਾ ਚਾਹੀਦਾ? ਯੂਥ ਨੂੰ ਅੱਗੇ ਆਉਣਾ ਚਾਹੀਦਾ, ਜਾਂ ਪੰਜਾਬ ਦਾ ਭਲਾ ਜੋ ਚਾਹੁੰਦੇ ਆ ਲੋਕ ਕਿ ਆਹ ਹੋਵੇ, ਚੰਗੀਆਂ ਨੀਤੀਆਂ ਬਣਾ ਕੇ ਅੱਗੇ ਆਉਣਾ ਚਾਹੀਦਾ? ਕੀ ਹੋਵੇ ਫਿਰ? ਬਿਲਕੁਲ ਜੀ, ਦੇਖੋ ਸਾਡਾ ਇੱਕ ਪੋਲੀਟੀਕਲ ਵਿੰਗ ਬਣਿਆ ਮੁਲਾਜ਼ਮਾਂ ਦਾ, ਜਿਹੜੇ ਰਿਟਾਇਰੀ ਸਾਥੀ ਆ। ਸੋ ਇਹ ਗੱਲ ਕਿਉਂ ਹੋਈ ਕਿ ਹਰ ਬੰਦੇ ਨੂੰ ਹੱਕ ਆ, ਸੰਵਿਧਾਨਿਕ ਹੱਕ ਆ ਕਿ ਉਹ ਇਲੈਕਸ਼ਨ ਲੜੇ। ਜਦੋਂ ਕੀ ਹੁੰਦਾ ਕਿ ਇਹ ਲੋਕਾਂ ਨੇ, ਪੂੰਜੀਪਤੀਆਂ ਨੇ ਧਨ ਇਕੱਠਾ ਕਰਕੇ 4 ਸਾਲ ਲੁੱਟ ਖਸੁੱਟ ਕਰਕੇ ਜਿਹੜੇ ਸਰੋਤ ਆ ਉਹਨਾਂ ਦੇ ਵਿੱਚੋਂ ਆਪਣੀ ਨਿੱਜੀ ਸੰਪਤੀ ਬਣਾ ਕੇ, ਤੇ 4 ਸਾਲ ਬਾਅਦ ਐਡਵਰਟਾਈਜ਼ਮੈਂਟਾਂ ਦੇ ਸਹਾਰੇ ਮੀਡੀਆ ਦੇ ਕੁਝ ਗਰੁੱਪ ਜਿਹੜੇ ਵਿਕ ਜਾਂਦੇ ਨੇ। ਸਾਰਾ ਮੀਡੀਆ ਨਹੀਂ, ਇਹ ਥੰਮ ਆ। ਇਹਦੇ ਕਰਕੇ ਅੱਜ ਵੀ ਜਿਹੜਾ ਵਾ ਲੋਕਤੰਤਰ ਬਚਿਆ, ਪਰ ਕੁਝ ਵਿਕਾਊ ਵੀ ਹੁੰਦਾ, ਕਿਉਂਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਜਿਵੇਂ ਮੁਲਾਜ਼ਮ ਵੀ ਸਾਰੇ ਇੱਕੋ ਜਿਹੇ ਨਹੀਂ, ਇਵੇਂ ਮੀਡੀਆ ਵੀ ਨਹੀਂ। ਉਹਨਾਂ ਦੇ ਥਰੂ ਉਹਨਾਂ ਦੀ ਖਰੀਦੋ ਫਰੋਖਤ ਕਰਕੇ, ਔਰ ਵੱਡੇ ਵੱਡੇ ਘਰਾਣਿਆਂ ਦੇ ਲਿਆ ਕੇ, ਵੱਡੇ ਵੱਡੇ ਗਰੁੱਪਸ ਲਿਆ ਕੇ ਇੱਕ ਸਕੀਮ ਬਣਾਈ ਜਾਂਦੀ ਹੈ ਕਿ ਕਿਵੇਂ ਆਮ ਪਬਲਿਕ ਨੂੰ ਜਿਹੜਾ ਉਹਨਾਂ ਦੇ ਮਨੋਵਿਗਿਆਨਿਕ ਤੌਰ ਤੇ ਵੀਕ ਕਰਕੇ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਭਰਿਆ ਜਾਵੇ ਕਿ ਇਸ ਸਮੇਂ ਵੇਵ ਇਸ ਪਾਰਟੀ ਦੀ ਆ। ਉਹ ਵੇਵ ਦੇ ਜ਼ਰੀਏ ਉਹਨਾਂ ਦੀਆਂ ਵੋਟਾਂ ਬਟੋਰੀਆਂ ਜਾਣ ਤੇ 4 ਸਾਲ ਉਹਨਾਂ ਦਾ ਫਿਰ ਸ਼ੋਸ਼ਣ ਕੀਤਾ ਜਾਏ। ਜਿੰਨੀ ਦੇਰ ਤੱਕ ਹਰ ਬੰਦਾ ਇਹ ਚੀਜ਼ ਸਮਝ ਨਹੀਂ ਲੈਂਦਾ, ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਲੈਂਦਾ, ਉਹ ਗੁਰੂ ਨਾਨਕ ਦੇ ਸੰਦੇਸ਼ ਦੇ ਉੱਤੇ ਨਹੀਂ ਚੱਲਦਾ, ਉਹ ਗੀਤਾ ਦੇ ਸੰਦੇਸ਼ ਉੱਤੇ ਨਹੀਂ ਚੱਲਦਾ ਕਿ ਸਮਾਜ ਦਾ ਭਲਾ ਕਿਵੇਂ ਹੋਊਗਾ, ਸਾਡੀ ਜ਼ਿੰਮੇਵਾਰੀ ਕੀ ਆ, ਸੰਵਿਧਾਨਿਕ ਹੱਕ ਕੀ ਆ, ਕਿ ਅਸੀਂ ਇਹਨਾਂ ਨੂੰ ਆਪਣਾ ਲੋਕਤੰਤਰ ਵੇਚਤਾ। ਅਸੀਂ ਇਹ ਸੋਚਣ ਲੱਗ ਜਾਂਦੇ ਇਹ ਲੋਕ ਹੀ ਰਾਜ ਕਰ ਸਕਦੇ, ਅਸੀਂ ਨਹੀਂ। ਪਰ ਇਹ ਜਦੋਂ ਮਨਾਂ ਦੇ ਵਿੱਚੋਂ ਕੱਢਤਾ ਕਿ ਉਹ ਵੀ ਇਨਸਾਨ ਨੇ, ਅਸੀਂ ਵੀ ਇਨਸਾਨ ਹਾਂ, ਤੁਸੀਂ ਵੀ ਇਨਸਾਨ ਆ, ਰੱਬ ਨੇ ਸਾਰਿਆਂ ਨੂੰ ਬਰਾਬਰ ਦਿਮਾਗ ਦਿੱਤਾ, ਪਰ ਅਸੀਂ ਵਿਚਾਰ ਨਹੀਂ ਕਰਦੇ। ਜਿੱਦਣ ਵਿਚਾਰ ਕਰਕੇ ਇਸ ਲੋਕਤੰਤਰ ਨੂੰ ਸਮਝ ਕੇ ਆਪ ਅੱਗੇ ਆ ਕੇ ਆਪਣ ਹੱਥੀ ਆਪਣਾ ਆਪੇ ਕਾਜ ਸਵਾਰੀਏ, ਗੁਰੂ ਨਾਨਕ ਦੇ ਕਹੇ ਅਨੁਸਾਰ ਆਪਣੇ ਕੰਮ ਆਪ ਨਹੀਂ ਕਰਦੇ, ਚਾਹੇ ਉਹ ਪੋਲਿਟਿਕਸ ਹੀ ਕਿਉਂ ਨਾ ਹੋਵੇ। ਤਾਂ ਜਦੋਂ ਅਸੀਂ ਕਰਨ ਲੱਗ ਜਾਾਂਗੇ, ਹੁਣ ਸਾਨੂੰ ਇਹੋ ਜਿਹੇ ਜਿਹੜੇ ਘਟੀਆ ਕਿਸਮ ਦੇ ਲੋਕ ਆ ਲੋੜ ਨਹੀਂ ਪਏਗੀ। ਆਪੇ ਚੰਗਾ ਜਿਹੜਾ ਇੱਕ ਸਾਮਰਾਜ ਬਣੇਗਾ, ਵਧੀਆ ਲੋਕਤੰਤਰ ਬਣੇਗਾ। ਜੋ ਸੋਸ਼ਲਿਸਟ ਸਮਾਜ ਕਮਿਊਨਿਸਟਾਂ ਨੇ ਸੁਪਨਾ ਲਿਆ ਸੀ ਉਹ ਨਹੀਂ ਬਣਾ ਸਕੇ, ਕਿਉਂਕਿ ਜਿਹੜੀ ਉਹ ਵਿਚਾਰਧਾਰਾ ਸੀ ਵਰਗ ਸੰਘਰਸ਼ ਦੀ ਕਿਸੇ ਹੱਦ ਤੱਕ ਠੀਕ ਸੀ, ਪਰ ਦੂਸਰਾ ਅਧਿਆਏ ਜਿਹੜਾ ਸੀਗਾ ਉਹ ਨਹੀਂ ਚੱਲਿਆ। 2.5 ਦਰਜਨ ਕੰਟਰੀਆਂ ਤੋਂ 5 ਕੰਟਰੀਆਂ 'ਚ ਰਹਿ ਗਏ ਤੇ ਉਹ ਵੀ ਪੂੰਜੀਪਤੀ ਹੋ ਗਏ। ਪਰ ਜੋ ਸਾਡੇ ਕੋਲ ਵਿਚਾਰਧਾਰਾ ਗੁਰੂ ਨਾਨਕ ਦੀ ਵਿਚਾਰਧਾਰਾ, ਜਿਹ 'ਚੋਂ ਕਹਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੱਢੋ। ਜਦੋਂ ਰਾਜ ਸੱਤਾ ਤੇ ਬੈਠਣਾ, ਜੇ ਤੁਹਾਡੇ ਵਿੱਚ ਮੋਹ ਹੈਗਾ, ਤੁਹਾਡੇ ਵਿੱਚ ਲੋਭ ਹੈਗਾ, ਤੁਹਾਡੇ ਵਿੱਚ ਹੰਕਾਰ ਹੈਗਾ, ਤੇ ਤੁਸੀਂ ਜਦੋਂ ਰਾਜ ਸੱਤਾ ਆਈ ਤੇ ਆਪਣੇ ਆਪ ਜਿਹੜਾ ਹੈਗਾ ਲੋਕਾਂ ਨੂੰ ਕੁਚਲਣਾ ਸ਼ੁਰੂ ਕਰ ਦੇਣਾ।
ਤੁਸੀਂ ਆਪਣੇ ਨੂੰ ਰਾਜਾ ਸਮਝਣਾ ਸ਼ੁਰੂ ਕਰਨਾ। ਜਦੋਂ ਇਹ 5 ਤੱਤ ਜਿਹੜੇ ਆ ਬੁਰਾਈਆਂ ਨੇ ਇਹ ਦੂਰ ਕਰੋਗੇ ਔਰ ਗੁਰੂ ਨਾਨਕ ਦੇ ਔਰ ਗੀਤਾ ਦੇ ਕਹੇ ਅਨੁਸਾਰ ਚੱਲੋਗੇ, ਹੁਣ ਇੱਕ ਨਵਾਂ ਸਾਮਰਾਜ ਪੈਦਾ ਹੋਊਗਾ। ਇਹਦਾ ਪ੍ਰਚਾਰ ਕਰਨ ਦੀ ਲੋੜ ਆ। ਤੁਹਾਡੇ ਚੈਨਲ ਦੇ ਜਰੀਏ ਅੱਜ ਕਹਿ ਰਿਹਾ, ਸ਼ਾਇਦ ਇਹਦਾ ਅਸਰ ਬਾਕੀ ਸਮਾਜ ਤੇ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹੋ ਜਿਹੇ ਕਾਰਜ ਕਰਦੇ ਰਵਾਂਗੇ ਜਿਨ੍ਹਾਂ ਲੋਕ ਅਵੇਅਰ ਹੋਣ ਤੇ ਆਪਾਂ ਚੰਗਾ ਪੰਜਾਬ ਸਿਰਜ ਸਕੀਏ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਜਿਨ੍ਹਾਂ ਨੇ ਪੰਜਾਬ ਦੀ ਤਰਾਸਦੀ ਦੀ ਗੱਲ ਕੀਤੀ ਆ। ਇਹ ਕਿਹਾ ਕਿ ਜੋ ਸਿਸਟਮ ਤੇ ਕਾਬਜ਼ ਲੋਕ ਨੇ ਉਹਨਾਂ ਦੇ ਮਨ ਬੇਈਮਾਨ ਨੇ, ਮਨ ਖੋਟੇ ਨੇ, ਜਿਸ ਕਾਰਨ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਜਾ ਰਿਹਾ। ਪੰਜਾਬ ਦੇ ਸਮੁੱਚੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਦਾ ਭਲਾ ਕਿਵੇਂ ਹੋਏਗਾ। ਉਹਨਾਂ ਨੂੰ ਨਵੇਂ ਨਿਸ਼ਾਨੇ, ਨਵੇਂ ਅਕੀਦੇ ਤੈਅ ਕਰਨੇ ਪੈਣਗੇ ਤਾਂ ਜੋ ਪੰਜਾਬ ਦਾ ਭਲਾ ਹੋਣਾ। ਤੇ ਉਹਨਾਂ ਦੇ ਮਨ 'ਚ ਇੱਕ ਗੱਲ ਵਸਾਉਣੀ ਚਾਹੀਦੀ ਹੈ ਕਿ ਕਿਉਂ ਨਾ ਮਾਫੀਆ ਰਾਜ ਨੂੰ ਖਤਮ ਕਰਨ ਲਈ ਉਹਨਾਂ ਲੋਕਾਂ ਨੂੰ ਅੱਗੇ ਲਿਆਂਦਾ ਜਾਵੇ ਜੋ ਸੱਚ ਤੇ ਇਮਾਨਦਾਰੀ ਦੇ ਨਾਲ ਖੜਨਗੇ। ਦੇਖਦੇ ਹਾਂ ਸੁਖਚੈਨ ਸਿੰਘ ਖਹਿਰਾ ਦੇ ਸੁਪਨੇ ਕਿੱਦਾਂ ਸਾਕਾਰ ਹੋਣਗੇ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਕੋਕਰ, ਚੰਡੀਗੜ੍ਹ।